हाँ जी, पंजाब वाकई बोर्ड ਦੀਆਂ जो पोस्ट ਆਈਆਂ ਹਨ ਉਹਦੇ ਵਿੱਚ ਅਲੱਗ-ਅਲੱਗ ਜੋ ਸੀਨੀਅਰ ਅਸਿਸਟੈਂਟ, ਲੀਗਲ ਅਸਿਸਟੈਂਟ, ਫੀਸ ਕਲੈਕਟਰ, ਅਕਾਊਂਟਸ ਕਲਰਕ ਤੇ ਪੀਐਨ ਦੀਆਂ ਜੋ ਅਲੱਗ-ਅਲੱਗ ਪੋਸਟਾਂ ਨੇ ਉਹਨਾਂ ਦਾ ਸਾਰਿਆਂ ਦਾ ਸਿਲੇਬਸ ਕੀ ਹੈ, ਐਗਜ਼ਾਮ ਪੈਟਰਨ ਕੀ ਹੈ, ਤਾਂ ਉਸ ਸੰਬੰਧੀ ਇਹ ਵੀਡੀਓ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਹੋਰ ਕੋਈ ਵੀਡੀਓ ਦੇਖਣ ਦੀ ਕੋਈ ਜ਼ਰੂਰਤ ਨਹੀਂ। ਕਿਸ ਤਰ੍ਹਾਂ ਹੋਵੇਗੀ ਸਿਲੈਕਸ਼ਨ, ਸਾਰਾ ਕੁਝ ਇਸ ਵਿੱਚ ਡਿਸਕਸ ਕੀਤਾ ਹੈ। ਕੀ ਫੀਸ ਆਈ ਤੇ ਅੱਜ ਤੋਂ ਹੀ ਫਾਰਮ ਦਾ ਅਪਲਾਈ ਕੀਤੇ ਗਏ ਹਨ, ਅੱਜ ਤੋਂ ਹੀ ਸ਼ੁਰੂ ਕੀਤੇ ਗਏ ਹਨ। ਤਾਂ 24 ਜੋ ਸਤੰਬਰ ਹੈ ਇਸ ਦੀ ਲਾਸਟ ਡੇਟ ਹੈ। ਆਪਣਾ ਫਾਰਮ ਤੁਸੀਂ ਜਲਦੀ ਅਪਲਾਈ ਕਰ ਲਓ। ਤਾਂ ਇਹ ਵੀਡੀਓ ਵਿੱਚ ਆਪਾਂ ਅੱਗੇ ਗੱਲ ਕਰਦੇ ਹਾਂ ਕੀ ਕੁਆਲੀਫਿਕੇਸ਼ਨ ਹੈ, ਕੀ ਹੈ ਇਸ ਦਾ ਸਾਰਾ ਕੁਛ ਜੀ। ਅਤੇ ਇਸ ਤੋਂ ਇਲਾਵਾ ਹੀ ਇੱਕ ਵੀਡੀਓ ਮੈਂ ਅਪਲੋਡ ਕਰ ਦੇਵਾਂਗਾ ਚੈਨਲ 'ਤੇ, ਕਿਸ ਤਰ੍ਹਾਂ ਅਗਰ ਤੁਸੀਂ ਘਰੇ ਹੀ ਮੋਬਾਇਲ ਤੋਂ ਹੀ ਆਪਣੀ ਇਹ ਪੋਸਟ ਫਿਲ ਕਰਨਾ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ ਤੁਸੀਂ ਆਪਣੇ ਮੋਬਾਇਲ ਤੋਂ ਹੀ ਇਹ ਪੋਸਟ ਫਿਲ ਕਰ ਸਕਦੇ ਹੋ। ਤਾਂ ਇਹ ਸਾਰੇ ਸਵਾਲਾਂ ਦਾ ਆਪਾਂ ਜਵਾਬ ਅੱਗੇ ਵੀਡੀਓ ਵਿੱਚ ਕਰਦੇ ਹਾਂ। ਇਸ ਤੋਂ ਇਲਾਵਾ ਮੈਂ ਪ੍ਰੀਵੀਅਸ ਈਅਰ ਪੇਪਰ ਦੇਖ ਲਵਾਂਗਾ ਇਸ ਦੇ ਕਿਤੋਂ ਮਿਲਦੇ ਹਨ, ਤਾਂ ਉਹ ਵੀ ਤੁਹਾਨੂੰ ਚੈਨਲ 'ਤੇ ਇਸ 'ਤੇ ਪ੍ਰੋਵਾਈਡ ਕਰਵਾ ਦੇਵਾਂਗਾ। ਤਾਂ ਅੱਗੋਂ ਦੇਖਦੇ ਹਾਂ ਜੀ ਆਪਾਂ ਇਹਨਾਂ ਦਾ ਨੋਟੀਫਿਕੇਸ਼ਨ, ਅਤੇ ਦੇਖਦੇ ਹਾਂ ਸਿਲੇਬਸ ਕੀ ਹੈ ਔਰ ਐਗਜ਼ਾਮ ਪੈਟਰਨ ਕੀ ਹੈ। ਹਾਂਜੀ, ਪੰਜਾਬ 'ਚ ਜੋ ਵੀ ਵਾਕਈ ਬੋਰਡ ਦੀਆਂ ਪੋਸਟਾਂ ਆਈਆਂ ਨੇ ਉਸ ਦੇ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ 'ਚ ਮਿਲ ਜਾਵੇਗਾ। ਕੀ ਫੀਸ ਹੈ ਜੀ, ਕਿਵੇਂ ਸਿਲੈਕਸ਼ਨ ਹੋਵੇਗੀ, ਕੀ ਸਿਲੇਬਸ ਹੈ, ਸਾਰਾ ਕੁਝ ਤੁਹਾਨੂੰ ਇਸ ਵਿੱਚ ਆਪਾਂ ਡਿਸਕਸ ਕਰਦੇ ਹਾਂ। ਧਿਆਨ ਨਾਲ ਸੁਣਦੇ ਜਾਓ ਬਸ ਵੀਡੀਓ। ਸਾਰੀਆਂ ਪੋਸਟਾਂ ਦਾ ਆਪਾਂ ਹੁਣੇ ਡਿਸਕਸ ਕਰ ਲੈਂਦੇ ਹਾਂ ਜੀ। ਪਹਿਲਾਂ ਕੀ ਹੈ, 31 ਅਗਸਤ ਤੋਂ ਫਾਰਮ ਅੱਜ ਤੋਂ ਸ਼ੁਰੂ ਹੋ ਗਿਆ ਨੇ ਜੀ। 24 ਸਤੰਬਰ ਤੱਕ ਚੱਲਣਗੇ ਫਾਰਮ, ਰਾਤ ਦੇ 12 ਵਜੇ ਤੱਕ ਤੁਸੀਂ ਭਰ ਸਕਦੇ ਹੋ। ਅਤੇ ਇਸ ਤੋਂ ਬਾਅਦ ਕੀ ਫਾਰਮ ਤੁਸੀਂ ਇਹ ਸਾਈਟ 'ਤੇ ਜਾ ਕੇ ਭਰ ਸਕਦੇ ਹੋ, www.gov.thapar.edu 'ਤੇ ਜਾ ਕੇ ਤੁਸੀਂ ਭਰ ਸਕਦੇ ਹੋ ਜੀ। ਇਹਨਾਂ ਨੇ 500 ਰੁਪਈਆ ਫੀਸ ਦੱਸੀ ਹੋਈ ਹੈ। ਫੋਰ ਦਾ ਡਿਫਰੈਂਟ ਕੈਟੇਗਰੀ ਆਫ ਦਾ ਪੇਮੈਂਟ ਮੋਡ ਐਸ ਐਪਲੀਕੇਸ਼ਨ ਫੀਸ ਜਿਹੜੀ ਨੋਨ ਰਿਫੰਡੇਬਲ ਹੈਗੀ ਹੈ ਜੀ, ਵਾਪਸ ਨਹੀਂ ਹੋਵੇਗੀ 500 ਰੁਪਈਏ। ਤਾਂ ਇਹਦੇ ਵਿੱਚ ਕੀ ਹੈ, ਕੋਈ ਦੱਸਿਆ ਨਹੀਂ SCBC ਦੀ ਕਿੰਨੀ ਫੀਸ ਹੋਵੇਗੀ, ਜਰਨਲ ਦੀ ਕਿੰਨੀ ਹੋਵੇਗੀ, ਸਿੱਧਾ ਹੀ 500 ਲਿਖ ਰੱਖਿਆ। ਜਦੋਂ ਤੁਸੀਂ ਪੋਸਟ ਅਪਲਾਈ ਕਰੋਗੇ ਉਦੋਂ ਪਤਾ ਲੱਗ ਜਾਵੇਗਾ। ਤਾਂ ਉਸ ਤੋਂ ਬਾਅਦ ਨੈਸ਼ਨੈਲਿਟੀ ਤੁਹਾਨੂੰ ਪਤਾ ਹੀ ਇੰਡੀਅਨ ਹੋਣਾ ਚਾਹੀਦਾ, ਇਸ ਵਿੱਚ ਕੋਈ ਖਾਸ ਗੱਲ ਨਹੀਂ ਹੈ। ਤਾਂ ਉਸ ਤੋਂ ਬਾਅਦ ਕੀ ਹੈ, ਆਹ ਦੇਖੋ ਜੀ ਕਲਰਕ ਵਾਲੀਆਂ 6 ਪੋਸਟਾਂ ਸਨ, ਇਹ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਪਿਛਲੀ ਵੀਡੀਓ 'ਚ। ਅਤੇ ਕਲਰਕ ਲਈ ਕੀ ਹੈ ਜੀ, ਅਕਾਊਂਟਸ ਕਲਰਕ ਲਈ BCom ਹੋਣੀ ਚਾਹੀਦੀ ਹੈ, ਇਹ ਜ਼ਰੂਰੀ ਗੱਲ ਹੈ, BCom ਕੀਤੀ ਹੋਣੀ ਚਾਹੀਦੀ ਹੈ। ਸੈਕਸ਼ਨ ਆਫਿਸਰ ਲਈ ਜੋ ਹੈ 10 ਪੋਸਟਾਂ ਲਈ BA ਹੋਣੀ ਚਾਹੀਦੀ ਹੈ, ਕੋਈ ਵੀ ਗ੍ਰੈਜੂਏਸ਼ਨ ਹੋ ਸਕਦੀ, BA, BSc, BCom, BCA ਕੁਝ ਵੀ ਹੋ ਸਕਦਾ। ਤਾਂ ਰੈਂਟ ਕਲੈਕਟਰ ਲਈ ਕੀ ਹੈ ਜੀ, ਇਹਦੇ ਲਈ ਵੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਕੋਈ ਵੀ ਐਨੀ ਸਬਜੈਕਟ ਵਿੱਚ। ਲੀਗਲ ਸਪੋਰਟਸ ਵਿੱਚ ਕੀ ਹੈ, LLB ਹੋਣੀ ਚਾਹੀਦੀ ਹੈ। ਸੀਨੀਅਰ ਅਸਿਸਟੈਂਟ ਵਿੱਚ ਕੀ ਹੈ, ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਪੇ ਜੋ ਸਾਰਿਆਂ ਦੀ ਬਰਾਬਰ ਹੀ ਹੈ, 10,300 ਤੋਂ ਲੈ ਕੇ 34,800 ਤੱਕ। ਤਾਂ ਜੋ GP ਹੈ ਜੀ, ਇਸ ਦੀ ਗ੍ਰੇਡ ਪੇ ਹੁੰਦੀ ਹੈ, ਉਹ ਅਲੱਗ-ਅਲੱਗ ਹੈ, ਕਿਸੇ ਦੀ 3200, ਕਿਸੇ ਦੀ 4400, ਕਿਸੇ ਦੀ 4800। ਸਭ ਤੋਂ ਜ਼ਿਆਦਾ ਇਹਨਾਂ ਦੀ ਇਹ 4800 ਸੈਕਸ਼ਨ ਆਫਿਸਰ ਦੀ, ਇਹ ਦੇਖੋ 4800 ਗ੍ਰੇਡ ਪੇ ਹੈ। ਤਾਂ ਇਹਨਾਂ ਦੀ ਥੋੜ੍ਹੀ ਪੇ ਵੱਧ ਹੋਵੇਗੀ ਬਾਅਦ 'ਚ। ਤਾਂ ਇਸ ਤੋਂ ਬਾਅਦ PN ਵਿੱਚ ਕੀ ਹੈ ਜੀ, PN 'ਚ 34 ਹੈ, ਅਤੇ ਇਹਨਾਂ ਦੀ ਪੇ ਬਾਰੇ ਕੁਛ ਨਹੀਂ ਦੱਸਿਆ। ਜੋ ਵੀ ਫਿਕਸ ਇਹਨਾਂ ਨੇ ਕਿਹਾ ਰੇਟ ਹੋਵੇਗਾ ਉਸ ਹਿਸਾਬ ਨਾਲ ਹੀ ਪੇਮੈਂਟ ਹੋਵੇਗੀ। ਅਤੇ +2 ਪਾਸ ਮੰਗ ਰੱਖਿਆ PN। ਵੈਸੇ PN ਵਿੱਚ ਹੀ 8th ਹੁੰਦੀ ਹੈ ਕੁਆਲੀਫਿਕੇਸ਼ਨ, ਕੋਈ ਵੀ ਤੁਸੀਂ PN ਦੀ ਜੋਬ ਦੇਖ ਲਓ ਤਾਂ ਜ਼ਿਆਦਾਤਰ 8th ਹੁੰਦੀ ਹੈ, ਇਹਨਾਂ ਨੇ +2 ਮੰਗ ਰੱਖੀ ਹੈ ਜੀ। ਤਾਂ ਉਸ ਤੋਂ ਬਾਅਦ ਕੀ ਹੈ, ਪੰਜਾਬੀ ਪਾਸ ਹੋਣਾ ਚਾਹੀਦਾ 10ਵੀਂ 'ਚ। ਤੁਹਾਨੂੰ ਪਤਾ ਹੀ ਹੈ ਪੰਜਾਬ 'ਚ ਕੋਈ ਵੀ ਤੁਸੀਂ ਪੋਸਟ ਭਰਦੇ ਹੋ ਤਾਂ ਤੁਹਾਨੂੰ ਪੰਜਾਬੀ ਪਾਸ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇੱਕ ਜੋ ਸਪੈਸ਼ਲ ਗੱਲ ਹੈ ਜੀ, ਗੁੱਡ ਪ੍ਰੋਫੈਂਸੀ ਇਨ ਉਰਦੂ ਲੈਂਗੁਏਜ ਵਾਲੀ, ਇਹ ਮੈਨੂੰ ਨਹੀਂ ਪਤਾ ਲੱਗਿਆ ਕਿਉਂ ਜੀ। ਵਾਕਈ ਬੋਰਡ ਹੈ ਇਹ ਵੈਸੇ ਥੋੜ੍ਹਾ ਜਿਹਾ ਮੁਸਲਿਮ ਬੋਰਡ ਹੈ ਹੁੰਦਾ ਜੀ, ਜੋ ਦਰਗਾਹਾਂ ਜਾਂ ਕਬਰਿਸਤਾਨਾਂ ਦੀ ਦੇਖ ਰੇਖ ਵਾਲਾ ਹੁੰਦਾ ਹੈ। ਮੇਰੇ ਹਿਸਾਬ ਨਾਲ ਇਹ ਵਾਕਈ ਬੋਰਡ ਹੈ ਜੀ, ਅਤੇ ਇਸ ਲਈ ਉਰਦੂ 'ਚ ਥੋੜ੍ਹਾ ਬਹੁਤ ਲਿਖਣ ਵਾਲਾ ਕੰਮ ਹੋਵੇਗਾ, ਇਸ ਲਈ ਇਹਨਾਂ ਨੇ ਗੁੱਡ ਪ੍ਰੋਫੈਂਸੀ ਇਨ ਉਰਦੂ 'ਚ ਮੰਗਿਆ ਹੋਇਆ ਜੀ। ਇਹਦਾ ਇੱਕ ਟੈਸਟ ਵੀ ਹੋਵੇਗਾ ਉਰਦੂ 'ਚ ਹਰੇਕ ਪੋਸਟ ਲਈ, ਤਾਂ ਉਹ ਕੁਆਲੀਫਾਈ ਨੇਚਰ ਹੋਵੇਗਾ। ਅੱਗੇ ਗੱਲ ਕਰਦੇ ਹਾਂ। ਤਾਂ PN ਵਿੱਚ ਕੀ ਹੈ, PN ਨੂੰ ਛੱਡ ਕੇ ਬਾਕੀ ਸਾਰੀ ਪੋਸਟਾਂ ਵਿੱਚ 120 ਘੰਟੇ ਦਾ ਤੁਹਾਡੇ ਕੋਲ ਕੰਪਿਊਟਰ ਕੋਰਸ ਦਾ ਕੋਈ ਵੀ ਕੋਰਸ ਹੋਣਾ ਚਾਹੀਦਾ ਜੀ। ਅਤੇ ਉਹ ਕੀ ਹੈ ਜੀ, 9001 ਸਰਟੀਫਿਕੇਟ ਹੋਣਾ ਚਾਹੀਦਾ, ISO 9001, ਕੋਈ ਡੁਪਲੀਕੇਟ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਇਹ ਜੋ ਗੱਲਾਂ ਇਹ ਬਾਅਦ ਦੀਆਂ ਗੱਲਾਂ ਜੋ ਤੁਸੀਂ ਲੱਗ ਜਾਓਗੇ, ਉਸ ਤੋਂ ਬਾਅਦ ਕਿਸ ਤਰ੍ਹਾਂ ਤੁਹਾਡਾ ਪ੍ਰੋਮੋਸ਼ਨ PDR ਅਤੇ ਪੇ ਵਧੇਗੀ, ਉਹ ਵਾਲੀ ਗੱਲਾਂ ਹੁੰਦੀਆਂ। ਤਾਂ ਉਸ ਤੋਂ ਬਾਅਦ ਕੀ ਹੈ ਜੀ, ਮੋਡ ਆਫ ਸਿਲੈਕਸ਼ਨ ਦੇਖ ਲਓ, ਸਿਲੈਕਸ਼ਨ ਕਿਸ ਤਰ੍ਹਾਂ ਦਾ ਹੋਵੇਗੀ। PN ਨੂੰ ਛੱਡ ਕੇ ਬਾਕੀ ਸਾਰਿਆਂ ਲਈ ਕੀ ਹੋਵੇਗਾ, PN ਦੀ ਬਾਅਦ 'ਚ ਆਪਾਂ ਗੱਲ ਕਰਦੇ ਹਾਂ। ਤਾਂ ਪਹਿਲਾਂ ਸਿਲੈਕਸ਼ਨ ਕਿਵੇਂ ਹੋਵੇਗੀ, 3 ਸਟੈਪ ਸਿਲੈਕਸ਼ਨ ਦੇ, ਇੱਥੇ ਲਿਖਿਆ 3 ਸਟੈਪਸ। ਪਹਿਲਾਂ ਜੀ ਰਿਟਨ ਟੈਸਟ ਹੈ 400 ਮਾਰਕਸ ਦਾ। ਰਿਟਨ ਟੈਸਟ ਜਿਹੜਾ ਜੀ 100 ਕੁਐਸਚਨ ਆਉਣਗੇ, 4 ਨੰਬਰ ਦਾ ਇੱਕ ਕੁਐਸਚਨ, 400 ਮਾਰਕਸ ਦਾ ਹੋ ਗਿਆ ਜੀ। ਅਤੇ ਉਸ ਤੋਂ ਬਾਅਦ ਕੀ ਹੈਗਾ, ਇੱਕ ਉਰਦੂ ਜਿਹੜਾ ਸੈਕਸ਼ਨ ਹੋਵੇਗਾ, ਇਹਦੇ ਵਿੱਚ 25 ਕੁਐਸਚਨਾਂ ਦਾ, ਤਾਂ 100 ਮਾਰਕਸ ਹੁੰਦੇ ਹੋਣਗੇ ਜੀ। ਦਿਸ ਉਰਦੂ ਲੈਂਗੁਏਜ ਸੈਕਸ਼ਨ ਕਿਹੜਾ ਇਹ ਕੁਆਲੀਫਾਈ ਨੇਚਰ ਹੋਵੇਗਾ, ਇਹਦਾ ਮੈਰਿਟ ਬਾਅਦ 'ਚ ਜੋ ਫਾਈਨਲ ਮੈਰਿਟ ਬਣਦੀ ਉਸ ਵਿੱਚ ਕੋਈ ਵੀ ਫਰਕ ਨਹੀਂ ਪਵੇਗਾ। ਬਸ ਤੁਸੀਂ ਇਸ ਨੂੰ ਕੁਆਲੀਫਾਈ ਕਰਨਾ ਹੋਵੇਗਾ। ਜਿੰਨੇ ਵੀ ਇਹਨਾਂ ਨੇ 35-40% ਨੰਬਰ ਦੇ ਹਿਸਾਬ ਨਾਲ 100 ਵਿੱਚੋਂ ਤੁਹਾਨੂੰ 35-40 ਨੰਬਰ ਲੈਣੇ ਹੋਣਗੇ। ਤਾਂ ਉਸ ਤੋਂ ਬਾਅਦ ਸਟੈਪ 2 ਵਿੱਚ ਕੀ ਹੈ, 70 ਮਾਰਕਸ ਦਾ ਇੱਕ ਇੰਟਰਵਿਊ ਹੋਵੇਗਾ, ਜੋ ਇਹ ਬਾਅਦ ਵਿੱਚ ਕਰਾਉਣਗੇ। ਜਿਹੜੇ ਸਿਲੈਕਟ ਹੋਣਗੇ ਰਿਟਨ ਟੈਸਟ ਵਿੱਚ ਉਹਨਾਂ ਦਾ ਇੰਟਰਵਿਊ ਹੋਵੇਗਾ, ਉਹ ਇਹ ਪੰਜਾਬ ਵਾਕਈ ਬੋਰਡ ਹੀ ਆਪਣੇ ਵੱਲੋਂ ਕਰਾਵੇਗਾ ਇੰਟਰਵਿਊ।
ਤਾਂ ਉਸ ਤੋਂ ਬਾਅਦ ਕੀ ਹੈ, ਥਰਡ ਹੀ ਸਕਿੱਲ ਟੈਸਟ ਹੋਵੇਗਾ। ਸਕਿੱਲ ਟੈਸਟ ਇਹ ਕੀ ਹੈ, ਟਾਈਪਿੰਗ ਟੈਸਟ ਹੀ ਹੈ ਜੀ ਪੰਜਾਬੀ ਇੰਗਲਿਸ਼ ਦਾ, ਇਹ ਨੀਚੇ ਲਿਖਿਆ ਹੋਇਆ ਟਾਈਪਿੰਗ ਟੈਸਟ ਪੰਜਾਬੀ ਐਂਡ ਇੰਗਲਿਸ਼। ਤਾਂ ਉਸ ਤੋਂ ਬਾਅਦ ਹੀ ਅੱਗੇ ਗੱਲ ਕਰਦੇ ਹਾਂ ਆਪਾਂ। देयर विल बी नो नैगेटिव मार्किंग इन रिटन टैस्ट। रिटन टैस्ट नैगेटिव मार्किंग नहीं है, एक वधिया गल है जी। नैगेटिव मार्किंग नंबर घटीच जाते हैं, गलत क्वेश्चन होना तो इहदे विच तुसीं पूरा पेपर सोल्व कर सकते हो। तो उस तो बाद आपां अगे गल करिए तां कैंਡੀਡੇਟ रिक्वायर टू सिक्योर 40% मार्क्स घੱਟ ਤੋਂ घੱਟ ਲੈਣੇ ਜ਼ਰੂਰੀ ਹਨ इन ईच सैक्शन ऑफ रिटन टैस्ट। जिन्ने भी सैक्शन इहदे हुंदे ने, सैक्शन का मतलब हुंदा जिवें एक मैथ वाला सैक्शन हो गया, एक उर्दू का सैक्शन हो गया, एक इंग्लिश का हो गया, इस तरह जो भी आंदा अगे आपां सिलेबस डिस्कस करते उहदे विच दसदा। तो वह सैक्शन विचों ही ईच सैक्शन चों 40% मार्क्स लैणे चाहीदे हन। मतलब जिवें 400 मार्क्स का ही तो 4 जिवें सैक्शन होणगे, जिवें इंग्लिश का हो गया, मैथ का हो गया, तो उहदे विचों 40-40 हरेक चों, 40 इंग्लिश विचों, 40 मैथ विचों, इस तरह लैणे हुंदे हन। उस तो बाद की मार्क्स ऑबटेन बाय सैक्शन उर्दू लैंगुएज सैक्शन जिहड़ी हैगी है जी, ये शैल बी काउंटेड फॉर डिटरमीनेशन ऑफ रिटन टैस्ट मैरिट। मार्क्स ऑबटेन बाय द कैंਡੀਡੇਟ इन आल सैक्शन, ਜਿਹੜੇ ਵੀ ਬਾਕੀ ਸੈਕਸ਼ਨਾਂ ਵਿੱਚ ਜੋ ਮਾਰਕਸ ਲਏ ਹਨ ਉਹ ਹੀ ਇਕੱਲੇ ਮੈਰਿਟ ਲਿਸਟ ਵਿੱਚ ਗਿਣੇ ਜਾਣਗੇ, ਉਰਦੂ ਵਾਲੇ ਨਹੀਂ ਗਿਣੇ ਜਾਣਗੇ। ਇਹ ਸਿਰਫ ਕੁਆਲੀਫਾਈ ਨੇਚਰ ਹੈ ਉਰਦੂ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਅਤੇ ਜੇਕਰ ਕਿਸੇ ਦੇ ਮਾਰਕਸ ਇਕੱਠੇ ਆ ਜਾਂਦੇ ਹਨ ਤਾਂ ਉਹਦੇ ਵਿੱਚ ਕੀ ਹੈ ਜੀ, इन केस ऑफ टाई मार्क्स फाइनल स्कोर आफ्टर द इंटरव्यू द मैरिट इन केस शैल बी डिटरमिन बेस डेट ऑफ बर्थ। जो भी वड्डा उम्र का होंदा उसनूं पोस्ट मिल जाती है जे किसी के इकट्ठे मार्क्स बराबर बन जाण फाइनल लिस्ट विच। फॉर द पोस्ट ऑफ PN ਲਈ ਵੇਖ ਲਈਏ मैरिट लिस्ट बनूगी। पहलां जिन्ने भी जने अपलाई करनगे +2 तो सीधा ये मैरिट बना लैणगे, कोई पेपर नहीं होगा पहलां। तो +2 दे मैरिट किस तरह बनेगी भी तुहानूं दस देना। जिवें 1000 बंदे ने अपलाई कर लिया, इन्हां ने 10 गुणा बंदा बुलाउणा जी। 1000 बंदे ने अपलाई किया, उहदे च जेहड़े 340 दे वध होणगे, क्योंकि 34 पोस्ट है। 34 का 10 गुणा कितना हो गया, 34 का 10 गुणा कितना हो गया जी 340। तो 340 जने ये बुलाउणगे PN ਲਈ उत्थे। तो उन्होंने विचों 340 का फिर बाद विच अगे देखो की करते हैं। एक क्वालीफाई एग्जाम होगा, 50 क्वेश्चन 4 मार्क्स का, 200 मार्क्स का होगा जी, 4 मार्क्स ईच क्वेश्चन दे। तो एक 50 मार्क्स का उर्दू का जो है 1 घंटे विच पेपर होगा क्वालीफाई नेचर। इहदे विचों भी 40% मार्क्स जिहड़े लैणे जरूरी हैं। 40 मार्क्स 200 विचों 80 मार्क्स लैणे जरूरी हैं। तो 80 मार्क्स लैणे जरूरी हैं 200 विचों। उस तो बाद की होगा, उस तो बाद एक इंटरव्यू भी होगा जी। तो उस तो बाद जो फाइनल मैरिट है वो किस तरह बनेगी, 85% वेटेज दिता जाएगा जो +2 के नंबर हैं। तो 15% एक इंटरव्यू, ये तुहानूं मैं अगे दसूँगा ये किस तरह होंदा जी। परसेंटेज वाला एक टॉपिक है, उहदे विच भी एवें दे क्वेश्चन आउंदे हैं, आपां कर रहे हैं। इन केस ऑफ टाई मार्क्स जे उस तो बाद जे फिर भी टाई मार्क्स हो जाते हैं, किसी के बराबर मार्क्स आ जाते हैं, तो जिंदी डेट ऑफ बर्थ ज़्यादा होंदी है उसनूं रख लिया जाता है। हाँ जी, इहदे विच की है जो CGPA हुंदा है, ग्रेड मार्क्स कईयां नूं मिले हुंदे हैं जो CBSE भी चलदा है। जिवें उन्हां विच ग्रेड मिलदे हैं 10 विचों 8.2, तो उसनूं ही 82% मान लिया जाएगा पंजाब बोर्ड के हिसाब नाल। इस तरह हुंदा जी। तो उस तो बाद इहदे विच होर स्ट्रक्चर ऑफ रिटन टैस्ट ये रहा जी। स्ट्रक्चर इहदे च तुहानूं दसदा किस तरह हुंदा सैक्शन। ये देखो तुसीं, ये इहदे विच सैक्शन आने। पहलां कहते विच आपां गल करते हैं सैक्शन ऑफिसर की। सैक्शन ऑफिसर स्टेट ऑफिसर एग्जीक्यूटिव ऑफिसर लई 3 घंटे का पेपर होगा। इहदे विच देखो 160 मार्क्स का 40 क्वेश्चन आउणगे। कहते आउणगे लॉजिकल रीजनिंग दे, मैंटल एबिलिटी दे ते इंग्लिश दे, इंग्लिश कॉम्प्रीहेंशन दे। तो ये 40 मार्क्स के जो आउणगे। उस तो बाद की है 64 नंबर इहदे विचों लैणे जरूरी हैं। 64 तो घट जो लवेगा वो फेल हो जाएगा इत्थों ही। उस तो बाद देखो करंट अफेयर आएगा, जनरल नॉलेज का दूसरा सैक्शन होगा, हिस्टरी होगी, जनरल साइंस होगी, जोग्राफी होगी, पोलिटी होगी, इकनॉमिक्स होगी। तो ये भी 200 मार्क्स के होंगे जी। 50 क्वेश्चन होंगे, क्योंकि एक क्वेश्चन जो 4 मार्क्स का, इसलिए 50 नूं 4 नाल गुणा करिए 200 मार्क्स ये हो गया। तो जो 80 इहदे विचों मिनीमम 40% जो 80 बनते हैं वो लैणे जरूरी हैं। इस तो बाद एक इन्हां दा आपदा ही सिलेबस है, द वाकिफ एक्ट 1995, इस बारे तुहानूं पढ़ना पवेगा। 10 क्वेश्चन आउणगे 40 मार्क्स के, 16 इहदे विचों नंबर लैणे जरूरी हैं। टोटल 400 नंबर का जो तुहाडा टैस्ट बन जाएगा। ये तुसीं देख लो 160 और 40, 200 और 200, 400, 100 क्वेश्चन 400 मार्क्स के, 4 नंबर का एक क्वेश्चन। तो उस तो बाद देखो उर्दू का जो टैस्ट एक अलग तो ही होगा।
ਇਹ ਮੈਰਿਟ ਵਿੱਚ ਨਹੀਂ ਇਨਕਲੂਡ ਹੋਵੇਗਾ, ਲਿਖਿਆ ਹੋਇਆ ਨੋਟ ਟੂ ਬੀ ਇਨਕਲੂਡਡ ਫॉर ਮੈਰਿਟ ਡਿਟਰਮੀਨੇਸ਼ਨ। 25 ਮਾਰਕਸ ਦਾ 25 ਕੁਐਸਚਨ ਹੋਣਗੇ, 100 ਮਾਰਕਸ ਦਾ ਹੋਵੇਗਾ, 40 ਨੰਬਰ ਲੈਣੇ ਜ਼ਰੂਰੀ ਹਨ। ਤਾਂ ਇਸ ਤਰ੍ਹਾਂ ਇਹ 500 ਨੰਬਰ ਬਣ ਗਏ, 70 ਨੰਬਰ ਦਾ ਇੱਕ ਇੰਟਰਵਿਊ ਹੋਵੇਗਾ, ਟੋਟਲ 570 ਨੰਬਰ ਬਣ ਗਏ। ਪਰ ਜੋ ਟੋਟਲ ਮਾਰਕਸ ਫॉर ਫਾਈਨਲ ਮੈਰਿਟ ਉਹ ਜੀ BA ਇੰਟਰਵਿਊ ਹੋ ਗਿਆ, ਅਤੇ ਇਹ ਜੋ ਹੋ ਗਿਆ ਇਹ ਉੱਪਰ ਵਾਲਾ ਪਾਰਟ ਸਾਰੇ ਸੈਕਸ਼ਨ ਇਹਨਾਂ ਦੋਵਾਂ 'ਚ ਜਿਹੜੇ ਬਰਾਬਰ ਨੰਬਰ ਮਿਲਾ ਕੇ ਉਹਦੇ 'ਚੋਂ ਫਾਈਨਲ ਮੈਰਿਟ ਤੁਹਾਡੀ ਤਿਆਰ ਕੀਤੀ ਜਾਵੇਗੀ। 470 'ਚੋਂ ਫਾਈਨਲ ਮੈਰਿਟ ਤਿਆਰ ਕੀਤੀ ਜਾਵੇਗੀ। ਜਿਨ੍ਹਾਂ ਦੇ ਜ਼ਿਆਦਾ ਨੰਬਰ ਆ ਜਾਣਗੇ ਉਹ ਰੱਖ ਲਏ ਜਾਣਗੇ। ਅਕਾਊਂਟਸ ਕਲਰਕ ਵਿੱਚ ਵੀ ਐਵੇਂ 3 ਘੰਟੇ ਦਾ ਪੇਪਰ ਹੈ। ਪਹਿਲਾਂ ਉਵੇਂ ਹੈ 40 ਮਾਰਕਸ ਦਾ ਕੀ ਹੈ, ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ ਜੋ ਉੱਪਰ ਸੀ ਉਹੀ ਵਾਲਾ ਜੀ। ਤਾਂ 160 ਮਾਰਕਸ ਦਾ ਹੋ ਗਿਆ ਇਹ 40 ਕੁਐਸਚਨ, ਅਤੇ 64 ਮਾਰਕਸ ਇਹਦੇ 'ਚੋਂ ਲੈਣੇ ਜ਼ਰੂਰੀ ਹਨ। ਫਿਰ ਡੋਮੇਨ ਰਿਲੇਟਡ ਇਹ ਜੋ ਹੈ ਜੀ ਪ੍ਰੋਫਾਈਲ ਜੋ ਵੀ ਅਕਾਊਂਟਸ ਕਲਰਕ ਦੀ ਇਹਦੇ ਰਿਲੇਟਡ ਜੋ ਕੁਐਸਚਨ ਹੋਣਗੇ ਆਪਾਂ ਨੀਚੇ ਕਰਦੇ ਹਾਂ। ਬਾਕੀ ਬੋਰਡ ਵਾਲਾ ਉਹੀ 10 ਨੰਬਰ ਦਾ ਅਤੇ 40 ਇਸ ਦੇ ਮਾਰਕਸ ਹਨ। 10 ਕੁਐਸਚਨ 40 ਮਾਰਕਸ ਹਨ, ਤਾਂ 16 ਮਿਨੀਮਮ ਇਸ ਦੇ ਮਾਰਕਸ ਲੈਣੇ ਜ਼ਰੂਰੀ ਹਨ। ਉਰਦੂ ਦਾ ਫਿਰ ਇਸੇ ਵਿੱਚ ਹੀ 25 ਕੁਐਸਚਨ ਹੋਣਗੇ, 100 ਨੰਬਰ ਦੇ 40 ਮਾਰਕਸ ਲੈਣੇ ਜ਼ਰੂਰੀ ਹਨ। ਇਸ ਤਰ੍ਹਾਂ ਹੀ 470 ਜੋ ਮੈਰਿਟ ਬਣੇਗੀ, 70 ਦਾ ਇੰਟਰਵਿਊ ਹੋਵੇਗਾ। ਤਾਂ ਇਹ ਰਿਹਾ ਜੋ ਅਕਾਊਂਟਸ ਕਲਰਕ ਲਈ ਹੈਗਾ ਜੀ। ਇਹਦੇ ਵਿੱਚ ਕੀ ਹੈ, ਜੋ ਇੱਕ ਉੱਪਰ ਲਿਖਿਆ ਸੀ ਡੋਮੇਨ ਰਿਲੇਟਡ, ਇਹ 200 ਮਾਰਕਸ ਇਹਦੇ 'ਚੋਂ ਆਵੇਗਾ। 200 ਮਾਰਕਸ ਦਾ ਜੋ ਕੁਛ ਵੀ ਹੈ ਇਹ ਸਾਰਾ ਇਹਦੇ 'ਚ ਹੋਵੇਗਾ। ਅਕਾਊਂਟਸ ਕਲਰਕ ਲਈ ਕਹਿੰਦੇ ਤਾਂ ਸਪੈਸ਼ਲ ਫੋਕਸ ਹੋਵੇਗਾ, ਫਾਈਨੈਂਸ਼ੀਅਲ ਅਕਾਊਂਟਿੰਗ 'ਤੇ ਹੋਵੇਗਾ, ਪ੍ਰਿੰਸੀਪਲ ਆਫ ਇਕਨੋਮਿਕਸ ਸਾਰਾ ਇਕਨੋਮਿਕਸ ਵਾਲਾ ਹੀ, ਇੰਟਰੈਕਟ ਟੈਕਟ GST ਹੋਵੇਗਾ, ਇੱਕ ਕੋਰਪੋਰੇਟਿਵ ਅਕਾਊਂਟਿੰਗ ਹੋ ਗਿਆ, ਕੰਪਨੀ ਲਾ ਹੋ ਗਿਆ, ਲਾ ਆਫ ਕੰਟਰੈਕਟ ਹੋ ਗਿਆ, ਮਨੀ ਹੋ ਗਿਆ, ਬੈਂਕਿੰਗ ਹੋ ਗਿਆ, ਇਸ ਸਭ ਈ ਕਮਰਸ ਹੋ ਗਿਆ, ਮਾਰਕੀਟਿੰਗ ਹੋ ਗਿਆ। ਅਤੇ ਪੋਸਟ ਆਫ ਲੀਗਲ ਸਪੋਰਟਸ ਜੋ ਲਾ ਵਾਲੇ ਹੈ ਉਹਦੇ ਵਿੱਚ ਸਾਰਾ ਹੀ ਜੋ ਸਿਵਲ ਪ੍ਰੋਸੀਜਰ ਵਾਲਾ ਹੋ ਗਿਆ, ਵਾਕਿਫ ਐਕਟ ਵਾਲਾ ਹੋ ਗਿਆ, ਪ੍ਰੋਪਰਟੀ ਐਕਟ ਵਾਲਾ ਹੋ ਗਿਆ, ਲਾ ਆਫ ਕੰਟਰੈਕਟ ਵਾਲਾ ਹੋ ਗਿਆ ਜੀ, ਅਤੇ ਜੋ ਵੀ ਪੰਜਾਬ ਲੈਂਡ ਰੈਵਨਿਊ ਐਕਟ ਹੋ ਗਿਆ, ਜੋ ਵੀ ਸਾਰੇ ਕਾਨੂੰਨਾਂ ਨੇ ਇਸ ਤਰ੍ਹਾਂ ਦੇ, ਤਾਂ ਇਹਦੇ ਵਿੱਚੋਂ ਆਵੇਗਾ 200 ਮਾਰਕਸ ਦਾ ਪੇਪਰ। ਹੁਣ PN ਸੁਣ ਲਓ ਜੀ, ਜੋ PN ਹੈ ਉਹ 1 ਘੰਟੇ ਦਾ ਟੈਸਟ ਹੋਵੇਗਾ, 50 ਕੁਐਸਚਨ ਹੋਣਗੇ, 200 ਮਾਰਕਸ ਹੋਣਗੇ, 4 ਨੰਬਰ ਦੇ ਇੱਕ ਕੁਐਸਚਨ, ਅਤੇ 50 ਚੌਕਾ 200 ਹੋ ਗਿਆ, 80 ਮਾਰਕਸ ਲੈਣੇ ਤੁਹਾਡੇ ਜ਼ਰੂਰੀ ਹਨ। ਤਾਂ ਉਸ ਤੋਂ ਬਾਅਦ ਹੀ ਫੋਰ ਕੰਪਰੀਹੈਂਸ਼ਨ ਜੋ ਹੋਵੇਗਾ, ਅਨਸੀਨ ਪੈਸਿਜ ਹੁੰਦਾ, ਚੇਂਜ ਦਾ ਨੰਬਰ, ਸਿੰਗੂਲਰ ਪਲੂਰਲ ਨੰਬਰ ਹੋ ਗਿਆ ਜੀ। ਉਸ ਤੋਂ ਬਾਅਦ ਕੀ ਹੈ, ਚੇਂਜ ਦਾ ਜੈਂਡਰ ਵਾਲੇ ਹੋ ਗਿਆ, ਸਿਨੋਨੀਅਮ ਹੋ ਗਏ, ਐਂਟੋਨੀਅਮ ਹੋ ਗਏ, ਈਡੀਅਮਸ ਹੋ ਗਏ। ਇੰਗਲਿਸ਼ ਵਾਸਤੇ ਇਹਨਾਂ ਨੇ ਸਿਲੇਬਸ ਦੱਸ ਰੱਖਿਆ। ਉਸ ਤੋਂ ਐਪਲੀਕੇਸ਼ਨ ਫੋਰਮ ਭਰਨ ਬਾਰੇ ਦੱਸ ਰੱਖਿਆ ਜੀ, ਕਿਸ ਤਰ੍ਹਾਂ ਭਰਨਾ। 50 KB ਦੀ ਫੋਟੋ ਹੋਣੀ ਚਾਹੀਦੀ ਹੈ। ਇਹ ਤੁਹਾਨੂੰ ਇੱਕ ਵੀਡੀਓ ਮੈਂ ਬਣਾ ਦੇਵਾਂਗੇ ਜੀ, ਔਨਲਾਈਨ ਐਪਲੀਕੇਸ਼ਨ ਕਿਸ ਤਰ੍ਹਾਂ ਭਰਨਾ ਹੈ ਫ਼ੋਨ ਤੋਂ ਹੀ, ਤਾਂ ਤੁਸੀਂ ਫ਼ੋਨ ਤੋਂ ਹੀ ਭਰ ਸਕਦੇ ਹੋ। ਹਾਂਜੀ, ਬਸ ਇੰਨਾ ਹੀ ਤੁਹਾਨੂੰ ਦੱਸਣਾ ਹੀ। ਥੈਂਕਸ ਫॉर ਵਾਚਿੰਗ। ਲਾਸਟ ਡੇਟ ਇਸ ਦੀ ਜੋ ਹੈ ਜੀ 24 ਸਤੰਬਰ ਹੈ। ਫਿਰ ਇੱਕ ਵਾਰ ਨੋਟ ਕਰ ਲਓ, ਫੀਸ ਭਰਨ ਦੀ ਲਾਸਟ ਡੇਟ 25 ਸਤੰਬਰ ਹੈ। ਥੈਂਕਸ ਫॉर ਵਾਚਿੰਗ।